Hey friends, thank you for watching Preetals. Today I am here with list of headings ਜਿਹੜਾ ਕਿ ਮੈਂ ਤੁਹਾਨੂੰ ਅੱਜ ਕਰਵਾਉਣ ਜਾ ਰਹੀ ਹਾਂ ਬਿਲਕੁਲ ਸਿੰਪਲ ਵੇ ਕਿ ਕਿਸ ਤਰ੍ਹਾਂ ਅਸੀਂ ਲਿਸਟ ਆਫ ਹੈਡਿੰਗਸ ਜਿਹੜੇ ਆ ਉਹ ਪ੍ਰੋਪਰ ਤਰੀਕੇ ਨਾਲ ਕਰ ਸਕਦੇ ਹਾਂ। ਲਿਸਟ ਆਫ ਹੈਡਿੰਗ ਇੱਕ ਰੀਡਿੰਗ ਦਾ ਇਸ ਤਰ੍ਹਾਂ ਦਾ ਜਿਹੜਾ ਹੈਗਾ ਆ ਕੁਐਸਚਨ ਟਾਈਪ ਆ ਜਿਹਦੇ ਵਿੱਚ ਮੈਕਸਿਮਮ ਸਟੂਡੈਂਟ ਨੂੰ ਜਿਹੜੀ ਆ ਦਿੱਕਤ ਆਉਂਦੀ ਆ। ਸਭ ਤੋਂ ਬੈਸਟ ਵੇ ਇਹਨਾਂ ਨੂੰ ਕਰਨ ਦਾ ਆ ਕਾਫੀ ਸਟੂਡੈਂਟ ਜਿਹੜੇ ਨੇ ਉਹ ਤੇ ਪਹਿਲਾਂ ਸਾਰਾ ਪੈਰਾਗ੍ਰਾਫ ਪੜ੍ਹਦੇ ਨੇ, ਕਈ ਸਟੂਡੈਂਟ ਕੀ ਆ ਫਸਟ 3 ਲਾਈਨ ਔਰ ਲਾਸਟ 3 ਲਾਈਨਸ ਨੂੰ ਪ੍ਰੈਫਰ ਕਰਦੇ ਨੇ, ਉਹਦੇ ਵਿੱਚੋਂ ਆਨਸਰਸ ਲੱਭਦੇ ਨੇ। ਕਦੀ ਵੀ ਇਸ ਮੈਥਡ ਦੇ ਨਾਲ ਤੁਹਾਡੇ ਮੈਕਸਿਮਮ ਕੁਐਸਚਨ ਠੀਕ ਹੋਣ ਦੇ ਜਿਹੜੇ ਚਾਂਸਸ ਉਹ ਨਹੀਂ ਹੁੰਦੇ ਹਨ। ਦਾ ਬੈਸਟ ਵੇ ਟੂ ਸੋਲਵ ਥੀਸ ਟਾਈਪ ਆਫ ਕੁਐਸਚਨਸ ਇਜ਼ ਐਲੀਮੀਨੇਸ਼ਨ ਮੈਥਡ। ਐਲੀਮੀਨੇਸ਼ਨ ਮੈਥਡ ਦੇ ਨਾਲ ਤੁਸੀਂ ਕੀ ਕਰ ਸਕਦੇ ਹੋ, ਆਪਣੇ ਜਿਹੜੇ ਮੈਕਸਿਮਮ ਇਸ ਟਾਈਪ ਦੇ ਕੁਐਸਚਨ ਆ ਤੁਹਾਡੇ ਠੀਕ ਹੋਣ ਦੇ ਜਿਹੜੇ ਚਾਂਸਸ ਆ ਉਹ ਵੱਧ ਜਾਂਦੇ ਨੇ। ਜਿਸ ਤਰ੍ਹਾਂ ਹੁਣ ਮੈਂ ਅਗਰ ਗੱਲ ਕਰਾਂ ਕਿ ਐਲੀਮੀਨੇਸ਼ਨ ਮੈਥਡ ਹੈ ਕੀ ਤੇ ਤੁਸੀਂ ਕਿਸ ਤਰ੍ਹਾਂ ਇਸ ਨੂੰ ਜਿਹੜਾ ਆ ਉਹ ਸੋਲਵ ਕਰ ਸਕਦੇ ਹੋ ਇਸ ਟਾਈਪ ਆਫ ਜਿਹੜੇ ਕੁਐਸਚਨਸ ਨੇ। ਐਲੀਮੀਨੇਸ਼ਨ ਮੈਥਡ ਹੁੰਦਾ ਹੈ ਕਿ ਤੁਸੀਂ ਸਭ ਤੋਂ ਪਹਿਲਾਂ ਆਪਣਾ ਜਿਹੜਾ ਪੈਰਾਗ੍ਰਾਫ ਆ ਉਹਨੂੰ ਰੀਡ ਕਰੋਗੇ, ਨਾ ਹੀ ਫਸਟ 3 ਲਾਈਨਸ ਔਰ ਨਾ ਹੀ ਲਾਸਟ 3 ਲਾਈਨਸ। ਤੁਸੀਂ ਸਾਰਾ ਦਾ ਸਾਰਾ ਪੈਰਾਗ੍ਰਾਫ ਉਹਨੂੰ ਰੀਡ ਕਰੋਗੇ। ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਸਾਰਾ ਜਿਹੜਾ ਪੈਰਾਗ੍ਰਾਫ ਉਹਦੇ ਵਿੱਚ ਜਿਹੜੇ ਹਰ ਇੱਕ ਚੀਜ਼ ਹਰ ਇੱਕ ਲਾਈਨ ਦਾ ਮਤਲਬ ਪਤਾ ਹੋਣਾ ਜ਼ਰੂਰੀ ਹੈ। ਉਹਦੇ ਵਿੱਚ ਜੋ ਵੀ ਤੁਹਾਨੂੰ ਸਮਝ ਆਉਂਦਾ ਆ ਉਹਦੇ ਅਕੋਰਡਿੰਗ ਤੁਸੀਂ ਦੇਖੋ ਕਿ ਤੁਹਾਨੂੰ ਮੈਕਸਿਮਮ ਉਹਦੇ ਵਿੱਚ ਕਿਸ ਚੀਜ਼ ਦੀ ਗੱਲ ਕੀਤੀ ਗਈ ਆ। ਜਦੋਂ ਤੁਸੀਂ ਉਸ ਚੀਜ਼ ਨੂੰ ਦੇਖੋਗੇ, ਥੋੜਾ ਬਹੁਤ ਸਮਝੋਗੇ, ਉਹਨੂੰ ਜਿਹੜਾ ਟਰਾਂਸਲੇਟ ਕਰਕੇ ਆਪਣੀ ਭਾਸ਼ਾ ਦੇ ਵਿੱਚ ਦੇਖੋਗੇ, ਦੈਨ ਤੁਸੀਂ ਆਪਣੇ ਕੁਐਸਚਨਸ ਵੱਲ ਧਿਆਨ ਨਾਲ ਦੇਖੋ ਕਿੰਨੇ ਕੁਐਸਚਨਸ ਨੇ। ਆਪਣੇ ਕੁਐਸਚਨਸ ਨੂੰ ਰਿਲੇਟ ਕਰਨਾ ਸਟਾਰਟ ਕਰ ਦਿਓ ਕਿ ਉਹਦੇ ਵਿੱਚ ਕੋਈ ਡਿਫਿਕਲਟੀਜ਼ ਦੀ ਗੱਲ ਕੀਤੀ ਆ, ਕੋਈ ਰਿਲੇਸ਼ਨਸ਼ਿਪਸ ਦੀ ਗੱਲ ਕੀਤੀ ਹੈ, ਲਾਈਕ ਫਿਊਚਰ ਸਟੱਡੀ ਦੀ ਗੱਲ ਕੀਤੀ ਹੈ। ਜਦੋਂ ਤੁਸੀਂ ਆਪਣੇ ਕੀਵਰਡਸ ਜਿਹੜੇ ਆ ਇੱਕ ਇੱਕ ਵੇਖਣਾ ਸਟਾਰਟ ਕਰੋਗੇ ਕਿ ਕੀ ਇਸ ਪੈਰਾਗ੍ਰਾਫ ਦੇ ਵਿੱਚ ਇਸ ਤਰੀਕੇ ਦੀ ਕੋਈ ਗੱਲ ਹੋਈ ਆ, ਤਾਂ ਤੁਸੀਂ ਬਿਲਕੁਲ ਸਹੀ ਤਰੀਕੇ ਨਾਲ ਆਪਣੇ ਆਨਸਰ ਦੇ ਉੱਤੇ ਪਹੁੰਚ ਜਾਂਦੇ ਹੋ। ਹੁਣ ਤੁਹਾਨੂੰ ਐਗਜ਼ਾਮਪਲ ਜਿਹੜੀ ਆ ਮੈਂ ਕਰਕੇ ਦੱਸਾਂਗੀ ਤਾਂ ਕਿ ਤੁਸੀਂ ਇਸ ਐਲੀਮੀਨੇਸ਼ਨ ਮੈਥਡ ਨੂੰ ਸਹੀ ਤਰੀਕੇ ਨਾਲ ਸਮਝ ਸਕੋ। ਤੁਸੀਂ ਫਸਟ ਲਾਈਨ ਤੋਂ ਲੈ ਕੇ ਲਾਸਟ ਲਾਈਨ ਤੱਕ ਪੜ੍ਹੋ, ਪੈਰਾਗ੍ਰਾਫ ਨੂੰ ਪੜ੍ਹੋ। ਜੋ ਵੀ ਤੁਹਾਨੂੰ ਸਮਝ ਆਉਂਦਾ ਹੈ ਉਹਦੇ ਬੇਸ ਤੇ ਵੀ ਅਗਰ ਤੁਸੀਂ ਮੈਚ ਕਰਕੇ ਆਪਣੇ ਆਨਸਰਸ ਨੂੰ ਲੱਭੋਗੇ ਤਾਂ ਵੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਅਟੈਂਪਟ ਕਰ ਲਓਗੇ ਰੀਡਿੰਗ ਨੂੰ। ਐਲੀਮੀਨੇਸ਼ਨ ਮੈਥਡ ਦੇ ਨਾਲ ਕੀ ਹੁੰਦਾ ਹੈ ਕਿ ਤੁਸੀਂ ਮੈਕਸਿਮਮ ਕੁਐਸਚਨ ਜਿਹੜੇ ਆ ਉਹਨਾਂ ਦੇ ਆਨਸਰਸ ਜਿਹੜੇ ਆ ਉਹਨਾਂ ਨੂੰ ਕੈਚ ਕਰ ਲੈਂਦੇ ਹੋ। ਫਸਟ ਜਿਹੜਾ ਮੈਂ ਤੁਹਾਨੂੰ ਰੀਡ ਕਰਕੇ ਸੋਲਵ ਕਰਕੇ ਦੱਸਾਂਗੀ ਤਾਂ ਕਿ ਤੁਹਾਨੂੰ ਈਜ਼ੀਲੀ ਪੂਰਾ ਦਾ ਪੂਰਾ ਜਿਹੜਾ ਆ ਉਹ ਕਲੀਅਰ ਹੋ ਜੇ। Like a survey conducted by Anthony Synod at Montreal Concordia University asked participants to comment on how important smell was to them in their lives। ਹੁਣ ਜ਼ਰੂਰੀ ਨਹੀਂ ਹੈ ਕਿ ਤੁਸੀਂ ਯੂਨੀਵਰਸਿਟੀ ਦੀ ਗੱਲ ਹੋ ਰਹੀ ਹੈ ਤੇ ਤੁਸੀਂ ਪ੍ਰੋਪਰ ਵੇਖੋਗੇ ਕਿ ਉਹ ਕਿਹੜੀ ਯੂਨੀਵਰਸਿਟੀ ਆ, ਕਿਹਦੀ ਗੱਲ ਹੋ ਰਹੀ ਆ। ਇਸ ਚੀਜ਼ ਤੇ ਆਪਣਾ ਟਾਈਮ ਕਦੀ ਵੇਸਟ ਨਹੀਂ ਕਰਨਾ। ਤੁਸੀਂ ਸਿੰਪਲ ਜੋ ਵੀ ਤੁਹਾਨੂੰ ਗੱਲ ਸਮਝ ਆ ਰਹੀ ਆ ਉਸ ਤੇ ਹੀ ਜਿਹੜਾ ਆ ਉਹ ਕੰਸਨਟਰੇਟ ਕਰੋਗੇ। ਲਾਈਕ ਹੁਣ ਇੱਥੇ ਯੂਨੀਵਰਸਿਟੀ ਦੀ ਗੱਲ ਹੋ ਰਹੀ ਆ, ਪਾਰਟਿਸਪੈਂਟ ਨੂੰ ਕਮੈਂਟ ਕਰਨ ਲਈ ਕਿਹਾ ਗਿਆ ਆ ਕਿ ਕਿਸ ਤਰ੍ਹਾਂ ਜਿਹੜੀ ਸਮੈਲ ਆ ਉਹਨਾਂ ਦੀ ਲਾਈਫ 'ਚ ਰੋਲ ਪਲੇ ਕਰਦੀ ਆ। ਇਟ ਬਿਕਮ ਅਪੇਰੈਂਟ ਮਤਲਬ ਕਲੀਅਰ ਦੈਟ ਸਮੈਲ ਕੈਨ ਅਵੋਕ ਸਟਰੋਂਗ ਇਮੋਸ਼ਨਲ ਰਿਸਪੌਂਸਸ। ਹੁਣ ਮੈਕਸਿਮਮ ਸਟੂਡੈਂਟ ਕੀ ਕਰਦੇ ਨੇ, ਅਵੋਕ ਵਰਡ ਆ ਗਿਆ ਮਤਲਬ ਉਹਦੇ ਉੱਤੇ ਸਟਕ ਹੋ ਕੇ ਰਹਿ ਜਾਂਦੇ ਨੇ, ਪਤਾ ਨਹੀਂ ਇਹਦਾ ਮਤਲਬ ਕੀ ਆ, ਉਹਦਾ ਮਤਲਬ ਲੱਭਣਾ ਸਟਾਰਟ ਕਰ ਦਿੰਦੇ। ਨੋਟ ਇਸ ਤਰ੍ਹਾਂ ਨਹੀਂ ਕਰਨਾ। ਲਾਈਕ ਅਪੇਰੈਂਟ ਹੈ ਕਲੀਅਰ, ਜਿਹੜੀ ਸਮੈਲ ਵਾ ਉਹ ਸਟਰੋਂਗ ਇਮੋਸ਼ਨਲ ਰਿਸਪੌਂਸਸ ਪੈਦਾ ਕਰਦੀ ਹੈ। ਵੋਕ ਦਾ ਮਤਲਬ ਹੁੰਦਾ ਹੈ ਪੈਦਾ ਕਰਨਾ। A scent associated with good experience can bring a rush of joy। ਹੁਣ ਇੱਥੇ ਇਹਨਾਂ ਨੇ ਗੱਲ ਕੀਤੀ ਹੈ ਸੈਂਟ ਕਿਹੜੀ ਚੀਜ਼ ਨਾਲ ਜੁੜੀ ਹੁੰਦੀ ਆ, ਗੁੱਡ ਐਕਸਪੀਰੀਅੰਸ ਨਾਲ ਜੁੜੀ ਹੁੰਦੀ ਆ। ਪਰ a fall order or one associated with a bad memory। ਹੁਣ ਇੱਥੇ ਇਹਨਾਂ ਨੇ ਖੁਸ਼ੀ ਦੀ ਗੱਲ ਕੀਤੀ ਹੈ ਤੇ ਇੱਥੇ ਇਹਨਾਂ ਨੇ ਗੱਲ ਕਰਤੀ ਆ ਜਿਹੜੀ ਗੰਦੀ ਖੁਸ਼ਬੂ ਹੈਗੀ ਆ ਉਹ ਬੈਡ ਮੈਮਰੀ ਦੇ ਨਾਲ ਜੁੜੀ ਹੁੰਦੀ ਆ। may make a grimace with disgust। grimace ਦਾ ਮਤਲਬ ਇੱਥੇ ਲੱਭਦੇ ਨਹੀਂ ਰਹਿ ਜਾਣਾ, ਤੁਸੀਂ ਇਹਨੂੰ ਛੱਡ ਵੀ ਸਕਦੇ ਹੋ। ਡਿਸਕਸ ਦਾ ਮਤਲਬ ਪਤਾ ਹੁੰਦਾ ਹੈ ਤੁਹਾਨੂੰ, ਕੋਈ ਅਗਲੀ ਚੀਜ਼। ਗ੍ਰਾਈਮੇਸ ਦਾ ਮਤਲਬ ਵੀ ਅਗਲੀ ਹੀ ਹੁੰਦਾ ਹੈ। Respondents to the survey noted that many of their olfactory likes or dislikes were based on emotional association। ਹੁਣ ਦੇਖੋ ਇੱਥੇ ਰਿਸਪੋਂਡੈਂਟਸ ਦੀ ਗੱਲ ਕੀਤੀ ਹੈ ਕਿ ਸਰਵੇ ਦੇ ਵਿੱਚ ਇਹ ਨੋਟਡ ਕੀਤਾ ਗਿਆ ਹੈ ਕਿ ਇਹ ਜਿਹੜੀ ਚੀਜ਼ ਹੈ ਲਾਈਕ ਔਰ ਡਿਸਲਾਈਕ ਤੇ ਔਰ ਇਮੋਸ਼ਨਲ ਐਸੋਸੀਏਸ਼ਨਸ ਦੇ ਨਾਲ ਜੁੜੀ ਹੁੰਦੀ ਆ। ਇਮੋਸ਼ਨਲ ਦੀ ਗੱਲ ਕੀਤੀ ਗਈ ਹੋਈ ਹੈ ਔਰ ਇੱਥੇ ਵੀ ਇਹਨਾਂ ਨੇ ਲਾਈਫਸ ਦੀ ਗੱਲ ਕੀਤੀ ਹੈ, ਗੁੱਡ ਐਕਸਪੀਰੀਅੰਸ ਦੀ ਗੱਲ ਕੀਤੀ ਆ। ਹੁਣ ਜਿਹੜੀ ਚੀਜ਼ ਬਾਰ-ਬਾਰ ਇੱਥੇ ਕਹੀ ਜਾ ਰਹੀ ਆ ਉਹਨੂੰ ਆਪਣੇ ਦਿਮਾਗ 'ਚੋਂ ਨਹੀਂ ਕੱਢਣਾ ਤੇ ਨਾ ਹੀ ਤੁਸੀਂ ਇਹ ਚੀਜ਼ ਨੂੰ ਮਤਲਬ ਜਦੋਂ ਆਪਣੇ ਆਨਸਰਸ ਰੀਡ ਕਰਨੇ ਆ ਨਾ ਹੀ ਕਨਫਿਊਜ਼ ਹੋਣਾ ਹੈ। ਸਿੰਪਲ ਜੀ ਗੱਲ ਦੇਖੋ ਕਿ ਇੱਥੇ ਇਹਨਾਂ ਨੇ ਸਮੈਲ ਦੀ ਗੱਲ ਕੀਤੀ ਹੋਈ ਆ ਔਰ ਸਾਡੇ ਇਮੋਸ਼ਨਲ ਐਸੋਸੀਏਸ਼ਨ ਮਤਲਬ ਸਾਡੀ ਫੀਲਿੰਗਸ ਦੀ ਗੱਲ ਕੀਤੀ ਹੋਈ ਹੈ ਕਿ ਵੱਖਰੇ ਇਨਸਾਨਾਂ ਦੀ ਕੀ ਫੀਲਿੰਗ ਹੁੰਦੀ ਹੈਗੀ ਆ ਸਮੈਲ ਨੂੰ ਲੈ ਕੇ। Such associations can powerful and so that odors that we generally label unpleasant become agreeable and those who would generally considered fragrant become disagreeable।
ਫॉर ਪਾਰਟੀਕੂਲਰ ਇੰਡੀਵਿਜੂਅਲਸ। ਫਿਰ ਤੋਂ ਉਹੀ ਗੱਲ ਕੀਤੀ ਹੈ ਕਿ ਜਿਹੜੀਆਂ ਅਨਪਲੀਜ਼ੈਂਟ ਹੈਗੀਆਂ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਲੇਬਲ ਕੀਤਾ ਹੈ। ਫਿਰ ਦੈਨ ਉਹਨਾਂ ਨੇ ਫ੍ਰੈਗਨੈਂਟ ਦੀ ਗੱਲ ਕੀਤੀ ਹੈ ਕਿ ਉਹ ਡਿਸਐਗਰੀਬਲ ਹੁੰਦੇ ਆ। ਪਾਰਟੀਕੂਲਰ ਮਤਲਬ ਵੱਖਰੇ ਵੱਖਰੇ ਇੰਡੀਵਿਜੂਅਲਸ ਦੀ ਵੱਖਰੀ ਵੱਖਰੀ ਚੋਇਸ ਹੁੰਦੀ ਹੈ। ਦਾ ਪਰਸੈਪਸ਼ਨ ਆਫ ਸਮੈਲ ਜਿਹੜਾ ਬਲੀਫ ਹੈਗਾ ਪਰਸੈਪਸ਼ਨ ਤੇ ਦੇਅਰਫੋਰ ਕੰਸਿਸਟ ਨਾਟ ਓਨਲੀ ਆਫ ਦੀ ਸੈਂਸੇਸ਼ਨ ਆਫ ਦੀ ਆਰਡਰਸ themselves but the experience and emotions associated with them। ਫਿਰ ਤੋਂ ਉਹੀ ਗੱਲ ਕੀ ਜਿਹੜੀ ਇਹ ਜਿਹੜੇ ਐਕਸਪੀਰੀਅੰਸ ਹੈ ਤੇ ਇਮੋਸ਼ਨਸ ਐਂਡ ਅਗਰ ਹੁਣ ਅਸੀਂ ਦੇਖੀਏ ਤੇ ਸਿੰਪਲ ਇੱਥੇ ਐਕਸਪੀਰੀਅੰਸ ਦੀ ਇਮੋਸ਼ਨਲ ਐਸੋਸੀਏਸ਼ਨ ਦੀ ਐਕਸਪੀਰੀਅੰਸ ਤੇ ਹੀ ਗੱਲ ਕੀਤੀ ਗਈ ਹੋਈ ਆ। ਹੁਣ ਅਸੀਂ ਆਪਣੇ ਆਨਸਰਸ ਦੇਖਾਂਗੇ ਕਿ ਇਹ ਜੋ ਚੀਜ਼ ਅਸੀਂ ਰੀਡ ਕੀਤੀ ਹੈ ਉਹਦੇ ਨਾਲ ਕੁਝ ਮੈਚ ਕਰਦਾ ਪਿਆ ਹੈ। ਅਗਰ ਕੁਝ ਮੈਚ ਕਰ ਰਿਹਾ ਤਾਂ ਉਸ ਨੂੰ ਅਸੀਂ ਟਿਕ ਲਗਾਵਾਂਗੇ, ਅਗਰ ਕੁਝ ਮੈਚ ਨਹੀਂ ਕਰ ਰਿਹਾ ਤੇ ਉਹਨੂੰ ਅਸੀਂ ਐਲੀਮੀਨੇਟ ਕਰ ਦਾਂਗੇ। ਹੁਣ ਅਗਰ ਅਸੀਂ ਗੱਲ ਕਰੀਏ ਡਿਫਿਕਲਟੀਜ਼ ਦੀ ਤੇ ਕੋਈ ਗੱਲ ਕੀਤੀ ਨਹੀਂ ਉਹਨਾਂ ਨੇ, ਡਿਫਿਕਲਟੀਜ਼ ਕੈਂਸਲ ਕਰਾਂਗੇ। ਦਾ ਰੋਲ ਆਫ ਸਮੈਲ ਇਨ ਪਰਸਨਲ ਰਿਲੇਸ਼ਨਸ਼ਿਪ, ਪਰਸਨਲ ਰਿਲੇਸ਼ਨਸ਼ਿਪ ਦੀ ਗੱਲ ਨਹੀਂ ਕੀਤੀ ਹੈ ਇੱਥੇ, ਐਕਸਪੀਰੀਅੰਸ ਦੀ ਗੱਲ ਹੋਈ ਹੈ, ਗਲਤ ਕਰਾਂਗੇ। ਫਿਊਚਰ ਸਟੱਡੀ ਦੀ ਕੋਈ ਗੱਲ ਨਹੀਂ ਹੋਈ। ਦਾ ਰਿਲੇਸ਼ਨਸ਼ਿਪ ਬਿਟਵੀਨ ਦਾ ਬ੍ਰੇਨ, ਇਹ ਤੇ ਕੋਈ ਗੱਲ ਨਹੀਂ ਹੋਈ ਹੈ। ਦਾ ਇੰਟਰਪ੍ਰੀਟੇਸ਼ਨਸ ਆਫ ਸਮੈਲ ਐਜ਼ ਅ ਫੈਕਟਰ ਆਫ ਡਿਫਾਈਨਿੰਗ ਗਰੁੱਪਸ, ਕੀ ਉਹਨਾਂ ਨੇ ਕੁਝ ਗਰੁੱਪਸ ਦੀ ਜਾਂ ਕੋਈ ਸਮੈਲ ਦੀ ਕੋਈ ਫੈਕਟਰਸ ਕੁਝ ਇਦਾਂ ਦੇ ਵਰਡ ਜੋ ਤੁਹਾਡੇ ਮੈਚ ਕਰ ਰਹੇ ਹੋਣ, ਕੈਂਸਲ ਕਰੋ। ਵਾਈ ਆਰ ਸੈਂਸ ਆਫ ਸਮੈਲ ਇਜ਼ ਨਾਟ ਐਪਰੀਸ਼ੀਏਟਡ, ਇੱਥੇ ਕੋਈ ਕੁਐਸਚਨ ਦਾ ਆਨਸਰ ਨਹੀਂ ਕੀਤਾ ਗਿਆ ਤੇ ਨਾ ਹੀ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਸਮੈਲ ਹੈਗੀ ਐਪਰੀਸ਼ੀਏਟਡ ਹੈ ਜਾਂ ਨਹੀਂ, ਕੈਂਸਲ। ਸਮੈਲ ਇਜ਼ ਆਰ ਸੁਪੀਰੀਅਰ ਸੈਂਸ, ਉਹਨਾਂ ਨੇ ਸਮੈਲ ਨੂੰ ਸੁਪੀਰੀਅਰ ਦੀ ਤਰ੍ਹਾਂ ਡਿਫਾਈਨ ਕਰਕੇ ਸਾਨੂੰ ਨਹੀਂ ਦੱਸਿਆ ਕਿ ਇਹੀ ਸਿਰਫ ਸੁਪੀਰੀਅਰ ਹੈਗਾ ਆ। ਦਾ ਰਿਲੇਸ਼ਨਸ਼ਿਪ ਬਿਟਵੀਨ ਸਮੈਲ ਐਂਡ ਫੀਲਿੰਗਸ, ਹੁਣ ਇੱਥੇ ਐਕਸਪੀਰੀਅੰਸ ਰਿਲੇਸ਼ਨਸ਼ਿਪ ਡਿਫਾਈਨ ਕੀਤਾ ਹੈ। ਅਗਰ ਤੁਸੀਂ ਦੇਖੋ ਤੇ ਸਭ ਤੋਂ ਜਿਹੜੀ ਗੱਲ ਜ਼ਿਆਦਾ ਜਿਹੜੀ ਹੈਗੀ ਆ ਉਹ ਸਿਰਫ ਤੇ ਸਿਰਫ ਉਹਨਾਂ ਨੇ ਰਿਲੇਸ਼ਨਸ਼ਿਪ ਹੀ ਦੱਸਿਆ ਹੋਇਆ ਸਮੈਲ ਦਾ ਔਰ ਫੀਲਿੰਗਸ ਦਾ। ਸਮੈਲ ਕਿਸ ਤਰ੍ਹਾਂ ਸਾਡੇ ਐਕਸਪੀਰੀਅੰਸ ਦੇ ਨਾਲ ਜੁੜੀ ਹੋਈ ਆ, ਮਤਲਬ ਇਹ ਵੀ ਨਹੀਂ ਕਹਿ ਸਕਦੇ ਕਿ ਇਹ ਜਿਹੜਾ ਆਨਸਰ ਬਿਲਕੁਲ ਹੀ ਮੈਚ ਕਰ ਰਿਹਾ, ਬਟ ਇਹਨਾਂ ਸਾਰਿਆਂ ਦੇ ਵਿੱਚ ਅਗਰ ਤੁਸੀਂ ਦੇਖੋਗੇ ਤਾਂ ਤੁਹਾਨੂੰ ਜ਼ਿਆਦਾ ਜਿਹੜਾ ਮੈਚ ਕਰਦਾ ਹੋਏਗਾ ਆਨਸਰ ਉਹ ਇਹ ਨਜ਼ਰ ਆਏਗਾ। ਫਿਰ ਤੁਸੀਂ ਆਪਣਾ ਆਨਸਰ ਬੇਫਿਕਰ ਹੋ ਕੇ ਇਹ ਲਗਾ ਸਕਦੇ ਹੋ, ਕਿਉਂਕਿ ਅਗਰ ਅਸੀਂ ਦੇਖੀਏ ਤੇ ਹੋਰ ਕੋਈ ਵੀ ਆਨਸਰ ਇਸ ਨਾਲ ਮੈਚ ਨਹੀਂ ਕਰ ਰਿਹਾ। ਜਦੋਂ ਤੁਸੀਂ ਇਸ ਤਰੀਕੇ ਨਾਲ ਕਰਦੇ ਹੋ ਤਾਂ ਤੁਸੀਂ ਆਪਣੇ 100% ਆਪਣੇ ਆਨਸਰ ਤੇ ਜਿਹੜਾ ਆ ਉਹ ਪਹੁੰਚ ਸਕਦੇ ਹੋ। ਇਹ ਵੀ ਆਈਡੀਆ ਜਿਹੜਾ ਆ ਜਿਸ ਤਰ੍ਹਾਂ ਕਿ ਅਸੀਂ ਰੀਡਿੰਗ ਕਰਦੇ ਹਾਂ, ਫਸਟ 2 ਲਾਈਨਸ ਰੀਡ ਕਰ ਲੀਆਂ, ਲਾਸਟ ਲਾਈਨਸ ਰੀਡ ਕਰ ਲੀਆਂ ਤਦ ਅਸੀਂ ਆਪਣਾ ਆਨਸਰ ਲੱਭਣਾ, ਉਹ ਬਿਲਕੁਲ ਗਲਤ ਤਰੀਕਾ ਹੈ। ਕਿਉਂਕਿ ਜਿੰਨੀ ਦੇਰ ਅਸੀਂ ਆਪਣੀ ਪੂਰਾ ਦਾ ਪੂਰਾ ਪੈਰਾਗ੍ਰਾਫ ਨਹੀਂ ਪੜ੍ਹਦੇ ਤਦ ਤੱਕ ਅਸੀਂ ਆਪਣੇ ਪਰਫੈਕਟ ਆਨਸਰ ਤੇ ਨਹੀਂ ਪਹੁੰਚ ਸਕਦੇ। ਹੁਣ ਜੇ ਅਸੀਂ ਗੱਲ ਕਰੀਏ ਤੇ ਅਸੀਂ ਐਕਸਪੀਰੀਅੰਸ, ਇਮੋਸ਼ਨਸ ਸਾਰੇ ਪੈਰਾਗ੍ਰਾਫ ਨੂੰ ਮਿਲਾ ਕੇ ਹੀ ਅਸੀਂ ਇਸ ਚੀਜ਼ ਤੇ ਪਹੁੰਚੇ ਹਾਂ ਕਿ ਮਤਲਬ ਸਾਡਾ ਆਨਸਰ ਜਿਹੜਾ ਇਹ ਹੋਣਾ ਚਾਹੀਦਾ ਆ। ਇੱਕ ਐਗਜ਼ਾਮਪਲ ਤੁਹਾਨੂੰ ਹੋਰ ਕਰਕੇ ਦੱਸਾਂਗੀ ਤਾਂ ਕਿ ਤੁਹਾਨੂੰ ਪਰਫੈਕਟ ਤਰੀਕੇ ਦੇ ਨਾਲ ਇਸ ਚੀਜ਼, ਇਸ ਆਈਡੀਆ ਨੂੰ ਕਰਨਾ ਆ ਜਾਵੇ। ਲਾਈਕ ਹੁਣ ਅਸੀਂ ਅੱਗੇ ਪੜ੍ਹਦੇ ਹਾਂ, ਆਰਡਰਸ ਆਰ ਆਲਸੋ ਅਸੈਂਸ਼ੀਅਲ ਕਿਊਸ ਇਨ ਸੋਸ਼ਲ ਬੌਂਡਿੰਗ। ਹੁਣ ਇੱਥੇ ਜਿਹੜਾ ਆਰਡਰ ਆ ਮਤਲਬ ਸਮੈਲ ਜਿਹੜੀ ਹੈਗੀ ਆ ਉਹਨੂੰ ਸੋਸ਼ਲ ਬੌਂਡਿੰਗ ਦੇ ਨਾਲ ਉਹਨਾਂ ਨੇ ਡਿਫਾਈਨ ਕੀਤਾ ਆ, ਮਤਲਬ ਜੋ ਵੀ ਗੱਲ ਹੋਣੀ ਆ ਹੁਣ ਇਸ ਤੇ ਬੇਸ ਤੇ ਹੋਣੀ ਆ। One responded to the survey believed that there is no true emotional bonding without touching and smelling a loved one। ਹੁਣ ਇੱਥੇ ਜੇ ਗੱਲ ਕਰੀਏ ਤੇ ਜ਼ਰੂਰੀ ਨਹੀਂ ਹੈ ਕਿ ਤੁਸੀਂ ਹਰ ਇੱਕ ਚੀਜ਼ ਦਾ ਮਤਲਬ ਸਮਝਣਾ ਜ਼ਰੂਰੀ ਆ ਕਿ ਇਹ there is no true emotional bonding ਜਿਹੜੀ ਆ ਟੱਚ ਤੋਂ ਬਿਨਾ ਐਂਡ ਸਮੈਲਿੰਗ ਕਰਨਾ ਲਵ ਵਨ ਤੋਂ ਬਿਨਾ ਇਹ ਕੀ ਆ ਪੋਸੀਬਲ ਨਹੀਂ ਹੈ। ਇਨਫੈਕਟ ਇਨਫੈਂਟਸ ਰਿਕੋਗਨਾਈਜ਼, ਜਿਹੜੇ ਇਨਫੈਂਟਸ ਜਿਹੜੇ ਬੱਚੇ ਹੁੰਦੇ ਆ ਉਹ ਵੀ ਕਿਹਦਾ ਆਰਡਰ, ਆਪਣੀ ਮਦਰ ਦਾ ਆਰਡਰ ਜਿਹੜਾ ਆ ਸਮੈਲ ਜਿਹੜੀ ਆ ਉਹਨੂੰ ਪਹਿਚਾਨਦੇ ਨੇ। ਐਂਡ ਅਡਲਟਸ ਕੈਨ ਆਫਨ ਆਈਡੈਂਟੀਫਾਈ देयर ਚਿਲਡਰਨ ਔਰ ਸਪੋਸਸ ਬਾਈ ਸੈਂਟ, ਔਰ ਜਿਹੜੇ ਅਡਲਟ ਹੁੰਦੇ ਨੇ ਉਹ ਵੀ ਆਈਡੈਂਟੀਫਾਈ ਕਰਦੇ ਨੇ ਆਪਣੇ ਚਿਲਡਰਨ ਔਰ ਸਪੋਸਸ ਨੂੰ ਸੈਂਟ ਤੋਂ। In one well-known test, women and men were able to distinguish by smell alone। ਮਤਲਬ ਇੱਕ ਸਰਵੇ ਦੀ ਗੱਲ ਕੀਤੀ ਹੈ ਜਿਹਦੇ ਵਿੱਚ ਉਹਨਾਂ ਨੇ ਇਹੀ ਗੱਲ ਕੀਤੀ ਹੈਗੀ ਹੈ ਕਿ ਮੈਰਿਜ ਪਾਰਟਨਰਸ ਜਿਹੜੇ ਸੀ ਉਹਨਾਂ ਨੂੰ ਸਿਮਿਲਰ ਕਲੋਥ ਜਿਹੜੇ ਸੀ ਵੇਅਰ ਕਰਵਾਏ ਗਏ, ਫਿਰ ਬਾਅਦ ਵਿੱਚ ਉਹਨਾਂ ਦਾ ਚੈੱਕ ਕੀਤਾ ਗਿਆ। Most of the subjects would probably never have given much thought to order as a cue for identifying family members before being involved in the test, but as the experiment revealed, even when not consciously considered smells register। ਹੁਣ ਜੇ ਅਸੀਂ ਗੱਲ ਕਰੀਏ ਤੇ ਇੱਥੇ ਤੁਹਾਨੂੰ ਜ਼ਿਆਦਾ ਕੀ ਸਮਝ ਆ ਰਿਹਾ ਹੈ, ਮੇਨ ਉਹਨਾਂ ਨੇ ਗੱਲ ਕੀਤੀ ਹੈਗੀ ਆ ਕਿ ਤੁਹਾਨੂੰ ਸਮੈਲ ਤੋਂ ਜੱਜ ਕਰਦੇ ਹੋ ਤੁਸੀਂ ਆਪਣੇ ਜਿਹੜੇ ਤੁਹਾਡੇ ਕਲੋਜ਼ ਦੇ ਜਿਹੜੇ ਆ ਰਿਸ਼ਤੇਦਾਰ, ਰਿਲੇਟਿਵਸ, ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਜਿਹੜੇ ਸਮੈਲ ਦੇ ਨਾਲ ਹੀ ਪਹਿਚਾਣ ਸਕਦੇ ਹੋ। ਮਤਲਬ ਜੇ ਅਸੀਂ ਗੱਲ ਕਰੀਏ ਤੇ ਮੇਨ ਜੋ ਫਸਟ ਲਾਈਨ ਆ ਉਤੋਂ ਹੀ ਸਾਨੂੰ ਆਪਣਾ ਜਿਹੜਾ ਆ ਸੋਸ਼ਲ ਬੌਂਡਿੰਗ ਵਰਡ ਤੋਂ ਹੀ ਪਤਾ ਚੱਲ ਜਾਣਾ ਚਾਹੀਦਾ। ਹੁਣ ਮੈਂ ਆਪਣੇ ਆਨਸਰਸ ਵੱਲ ਵਧਾਂਗੀ ਤਾਂ ਕਿ ਤੁਹਾਨੂੰ ਜ਼ਿਆਦਾ ਕਲੀਅਰ ਹੋ ਸਕੇ। ਅਗਰ ਫਸਟ ਦੀ ਗੱਲ ਕਰੀਏ ਡਿਫਿਕਲਟੀਜ਼ ਦੀ ਤੇ ਕੋਈ ਗੱਲ ਹੀ ਨਹੀਂ ਕੀਤੀ, ਕੱਟ ਕਰ ਦੋ। ਦਾ ਰੋਲ ਆਫ ਸਮੈਲ ਇਨ ਪਰਸਨਲ ਰਿਲੇਸ਼ਨਸ਼ਿਪ,
ਰੋਲ ਕੀ ਹੈਗਾ ਸਮੈਲ ਦਾ ਪਰਸਨਲ ਸਾਡੇ ਜਿਹੜੇ ਪਰਸਨਲ ਰਿਲੇਸ਼ਨਸ਼ਿਪ ਹੈਗੇ ਨੇ ਮੈਚ ਕਰਦਾ ਪਿਆ ਟਿਕ ਕਰ ਦਿਓ। ਹੁਣ ਇਹਦਾ ਮਤਲਬ ਇਹ ਨਹੀਂ ਕਿ ਮੈਨੂੰ ਸੈਕਿੰਡ ਆਂਸਰ ਇੱਥੇ ਲੱਭ ਗਿਆ ਤੇ ਮੈਂ ਨੈਕਸਟ ਵਾਲੀ ਰੀਡ ਨਹੀਂ ਕਰੂੰਗੀ। ਬਿਲਕੁਲ ਕਰਾਂਗੀ ਤਾਂ ਕਿ ਮੈਂ ਫਾਈਨਲ ਆਪਣੇ ਆਂਸਰ ਤੇ ਪਹੁੰਚ ਸਕਾਂ। ਫਿਊਚਰ ਸਟੱਡੀਜ਼ ਇਨਟੂ ਸਮੈਲ, ਫਿਊਚਰ ਦੀ ਕੋਈ ਗੱਲ ਨਹੀਂ ਕੀਤੀ, ਰਿਲੇਸ਼ਨਸ਼ਿਪ ਬਿਟਵੀਨ ਬ੍ਰੇਨ ਨੋਜ਼ ਦੀ ਕੋਈ ਗੱਲ ਨਹੀਂ ਕੀਤੀ, ਇੰਟਰਪ੍ਰੀਟੇਸ਼ਨਸ ਇਹ ਵੀ ਕੋਈ ਗੱਲ ਨਹੀਂ ਕੀਤੀ। ਆਵਰ ਸੈਂਸ ਆਫ ਸਮੈਲ ਇਜ਼ ਨਾਟ ਐਪਰੀਸ਼ੀਏਟਡ, ਇੱਥੇ ਤੇ ਕੋਈ ਨੋਟ ਵਰਡ ਜਿਹੜਾ ਆ ਉਹਨਾਂ ਨੇ ਕੋਈ ਖਾਮੀ ਤੇ ਨਿਕਾਲੀ ਨਹੀਂ ਹੈਗੀ ਇਸ ਪੈਰਾਗ੍ਰਾਫ ਦੇ ਵਿੱਚ, ਗਲਤ ਹੈ। ਸਮੈਲ ਇਜ਼ ਆਰ ਸੁਪੀਰੀਅਰ ਸੈਂਸ, ਇਹ ਵੀ ਇਦਾਂ ਦੀ ਵੀ ਕੋਈ ਗੱਲ ਨਹੀਂ ਕੀਤੀ। ਹੁਣ ਜਿਹੜਾ ਸਭ ਤੋਂ ਮੈਚ ਹੋ ਰਿਹਾ ਕੁਐਸਚਨ ਉਹ ਤੁਹਾਡਾ ਹੈਗਾ ਹੈ ਸੈਕਿੰਡ। ਜਦੋਂ ਤੁਸੀਂ ਹੁਣ ਸੈਕਿੰਡ ਆਂਸਰ ਲਗਾਓਗੇ ਤੁਸੀਂ ਬਿਲਕੁਲ ਕੌਨਫੀਡੈਂਟ ਹੋਵੋਗੇ ਕਿ ਹਾਂ ਅਗਰ ਮੈਂ ਇਹ ਆਂਸਰ ਲਗਾ ਦਿੱਤਾ ਹੈ ਤਾਂ ਮੈਨੂੰ ਇਹਦੇ ਵਿੱਚ ਪਛਤਾਉਣ ਦੀ ਕੋਈ ਗੱਲ ਨਹੀਂ ਹੈਗੀ, ਕਿਉਂਕਿ ਇਹੀ ਬਿਲਕੁਲ ਮੈਚ ਕਰ ਰਿਹਾ ਆਂਸਰ ਆ, ਹੋਰ ਕੋਈ ਇਹਦੇ ਵਿੱਚ ਮੈਚ ਨਹੀਂ ਕਰ ਰਿਹਾ। ਐਲੀਮੀਨੇਸ਼ਨ ਮੈਥਡ ਦੇ ਨਾਲ ਤੁਸੀਂ ਬਿਲਕੁਲ ਪਰਫੈਕਟ ਤਰੀਕੇ ਦੇ ਨਾਲ ਆਪਣੇ ਆਂਸਰਸ ਵੱਲ ਮੂਵ ਕਰ ਸਕਦੇ ਹੋ। ਜਦੋਂ ਵੀ ਤੁਸੀਂ ਆਪਣੀ ਨੈਕਸਟ ਰੀਡਿੰਗ ਕਰੋਗੇ ਇਹ ਜਿਹੜਾ ਮੈਥਡ ਆ ਇਹਨੂੰ ਜ਼ਰੂਰ ਅਪਣਾ ਕੇ ਦੇਖਣਾ। ਇਹ ਨਹੀਂ ਕਿ ਤੁਸੀਂ ਫਸਟ ਡੇ ਕਰੋਗੇ ਤੇ ਫਸਟ ਡੇ ਦੇ ਤੁਸੀਂ ਆਪਣੇ ਬਿਲਕੁਲ ਪਰਫੈਕਟਲੀ ਕਰ ਜਾਓਗੇ। ਧੀਰੇ ਧੀਰੇ ਤੁਸੀਂ ਆਪਣੇ ਦੇ ਵਿੱਚ ਇਹ ਜਿਹੜੀ ਪਰਫੈਕਸ਼ਨ ਆ ਉਹ ਲੈ ਕੇ ਆਓਗੇ ਤੇ ਤੁਹਾਡੇ ਬਿਲਕੁਲ ਸਹੀ ਹੋਣੇ ਆਂਸਰ ਜਿਹੜੇ ਆ ਉਹ ਸਟਾਰਟ ਹੋਣਗੇ। ਹੋਪਫੁਲੀ ਆਈਡੀਆ ਪਸੰਦ ਆਇਆ ਹੋਏਗਾ। ਐਲੀਮੀਨੇਸ਼ਨ ਮੈਥਡ ਤੁਸੀਂ ਸਿੱਖ ਚੁੱਕੇ ਹੋਵੋਗੇ। ਲਿਸਟ ਆਫ ਹੈਡਿੰਗਸ ਨੂੰ ਕਰਨ ਦਾ ਇਹ ਤਰੀਕਾ ਬਹੁਤ ਆਸਾਨ ਔਰ ਵਧੀਆ ਹੈ। ਇਸ ਨਾਲ ਤੁਹਾਡੇ ਮੈਕਸਿਮਮ ਕੁਐਸਚਨ ਜਿਹੜੇ ਠੀਕ ਹੋਣ ਦੇ ਚਾਂਸਸ ਹੁੰਦੇ ਨੇ। ਆਈਡੀਆ ਪਸੰਦ ਆਇਆ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਇਸ ਤਰ੍ਹਾਂ ਦੀਆਂ ਨੈਕਸਟ ਇਨਫੋਰਮੇਟਿਵ ਵੀਡੀਓਜ਼ ਤੁਹਾਡੇ ਤੱਕ ਟਾਈਮ ਟੂ ਟਾਈਮ ਜਿਹੜੀਆਂ ਨੇ ਉਹ ਪਹੁੰਚਦੀਆਂ ਰਹਿਣ। ਥੈਂਕ ਯੂ।